किताब तूफाना दा शाह असवार शहीद करतार सिंह सराबा। लेखक सरदार अजमेर सिंह। भाग 13वां। आवाज़ भाई गुरजंट सिंह रूपोवाली। जथेबंदी दी गुरमत जुगत, आत्मक काया कल्प ਅਤੇ रणनीति ते कारज विਉਂਤ। वाहिगुरू जी का खालसा, वाहिगुरू जी की फतेह। जथेबंदी दी गुरमत जुगत। ਅਸਟੋਰੀਆ ਵਿਖੇ ਹੋਈ ਮੀਟਿੰਗ ਵਿੱਚ ਕੇਵਲ ਓਰੇਗਾਨ ਰਿਆਸਤ ਦੇ ਭਾਰਤੀ ਆਵਾਸੀ ਹੀ ਸ਼ਾਮਲ ਹੋਏ ਸਨ। ਇਸ ਵਿੱਚ ਕੈਨੇਡਾ, ਕੈਲੀਫੋਰਨੀਆ ਤੇ ਪੂਰਬ ਤੇ ਦੂਰ ਪੂਰਬ ਦੇ ਟਾਪੂਆਂ ਤੋਂ ਕੋਈ ਵੀ ਭਾਰਤੀ ਆਵਾਸੀ ਸ਼ਾਮਲ ਨਹੀਂ ਹੋਇਆ ਸੀ। ਪਰ ਸੀਮਤ ਨੁਮਾਇੰਦਗੀ ਦੇ ਬਾਵਜੂਦ ਇਹ ਜਥੇਬੰਦੀ ਅਮਲੀ ਰੂਪ ਵਿੱਚ ਕੈਨੇਡਾ, ਅਮਰੀਕਾ ਤੇ ਧੁਰ ਪੂਰਬ ਦੇ ਟਾਪੂਆਂ ਤੱਕ ਫੈਲੇ ਸਮੁੱਚੇ ਭਾਰਤੀ ਆਵਾਸੀਆਂ ਦੀ ਸਰਬ ਸਾਂਝੀ ਤੇ ਕੇਂਦਰੀ ਜਥੇਬੰਦੀ ਵਜੋਂ ਪ੍ਰਵਾਨ ਕੀਤੀ ਗਈ। ਇਹ ਗੱਲ ਬਹੁਤ ਵਿਸ਼ੇਸ਼ ਹੈ। ਇਸ ਤੋਂ ਗਦਰੀ ਸੰਗਰਾਮੀਆਂ ਦੀ ਜਥੇਬੰਦੀ ਬਾਰੇ ਆਧੁਨਿਕ ਦਸਤੂਰ ਨਾਲੋਂ ਵੱਖਰੀ ਤੇ ਵਿਲੱਖਣ ਦ੍ਰਿਸ਼ਟੀ ਦਾ ਪਤਾ ਚੱਲਦਾ ਹੈ। ਕੈਨੇਡਾ ਤੇ ਅਮਰੀਕਾ ਦੇ ਸਿੱਖਾਂ ਨੇ ਜਥੇਬੰਦੀ ਦੀ ਅਮਲੀ ਰੂਪ ਵਿੱਚ ਪੁਰਾਤਨ ਸਿੰਘਾਂ ਵਾਲੀ ਰਵਾਇਤੀ ਜੁਗਤ ਅਪਣਾਈ। ਭਾਵੇਂ ਕਿ ਪੱਛਮੀ ਦੇਸ਼ਾਂ ਦੇ ਕਾਇਦੇ ਕਾਨੂੰਨਾਂ ਮੁਤਾਬਕ ਕੋਈ ਵੀ ਸਭਾ ਸੁਸਾਇਟੀ ਰਜਿਸਟਰ ਕਰਾਉਣ ਲਈ ਇਸ ਦੇ ਲਿਖਤੀ ਨਿਯਮ ਤੇ ਉਪ ਨਿਯਮ ਤੈਅ ਕਰਨ ਦੀ ਰਸਮ ਪੂਰੀ ਕਰਨੀ ਜ਼ਰੂਰੀ ਸੀ ਅਤੇ ਇਸ ਅਨੁਸਾਰ ਜਥੇਬੰਦੀ ਦੇ ਅਹੁਦੇਦਾਰਾਂ ਦੀ ਨੇਮ ਪੂਰਵਕ ਚੋਣ ਤੇ ਕਾਰਜ ਵੰਡ ਨਿਸ਼ਚਿਤ ਕੀਤੀ ਜਾਂਦੀ ਸੀ। ਪਰ ਅਮਲੀ ਪੱਧਰ ਤੇ ਸਾਰਾ ਕੰਮਕਾਰ ਆਪਸੀ ਵਿਸ਼ਵਾਸ ਤੇ ਮਿਲਵਰਤੋਂ ਨਾਲ ਹੀ ਚੱਲਦਾ ਸੀ। ਗਦਰੀ ਸਿੱਖ ਸੰਗਰਾਮੀਆਂ ਅੰਦਰ ਪੁਰਾਤਨ ਸਿੰਘਾਂ ਵਾਲਾ ਰੂਹਾਨੀ ਜਜ਼ਬਾ ਸੀ। ਉਹ ਸਵਾਰਥ ਤੇ ਹਉਮੈ ਦੇ ਰੋਗ ਤੋਂ ਮੁਕਤ ਰੂਹਾਂ ਸਨ। ਕਿਸੇ ਅੰਦਰ ਵੀ ਅਹੁਦੇਦਾਰੀ ਦੀ ਤ੍ਰਿਸ਼ਨਾ ਨਹੀਂ ਸੀ, ਨਾ ਸ਼ੋਹਰਤ ਦੀ ਲਾਲਸਾ ਸੀ। ਸਾਰੇ ਇੱਕ ਦੂਜੇ ਉੱਤੇ ਪੂਰਨ ਭਰੋਸਾ ਕਰਦੇ ਸਨ ਅਤੇ ਉਹਨਾਂ ਦਾ ਆਪਸ ਵਿੱਚ ਗੂੜਾ ਸਨੇਹ ਸੀ। ਇਸ ਕਰਕੇ ਅਹੁਦਿਆਂ ਤੇ ਉਪ ਨਿਯਮਾਂ ਦੀ ਅਹਿਮੀਅਤ ਰਸਮੀ ਸੀ। ਸਿੱਖ ਰਵਾਇਤ ਅਨੁਸਾਰ ਜਥੇਬੰਦੀਆਂ ਦੀਆਂ ਇਕਾਈਆਂ ਨੂੰ ਆਮ ਤੌਰ ਤੇ ਜਥੇ ਕਿਹਾ ਜਾਂਦਾ ਸੀ। ਪ੍ਰੋਫੈਸਰ ਹਰੀਸ਼ ਕੇ ਪੁਰੀ ਨੇ ਲਿਖਿਆ ਹੈ ਕਿ ਜਦੋਂ ਗਦਰੀ ਸੰਗਰਾਮੀਆਂ ਨੇ ਦੇਸ਼ ਪਰਤ ਕੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਕੋਈ ਬਕਾਇਦਾ ਜਥੇਬੰਦਕ ਢਾਂਚਾ ਨਹੀਂ ਬਣਾਇਆ ਸੀ। ਅਲੱਗ-ਅਲੱਗ ਸੰਗਰਾਮੀਏ ਅਲੱਗ-ਅਲੱਗ ਜਥਿਆਂ ਜਿਵੇਂ ਭਾਈ ਨਿਧਾਨ ਸਿੰਘ ਚੁੱਗਾ ਦਾ ਜਥਾ, ਭਾਈ ਕਾਂਸ਼ੀ ਰਾਮ ਦਾ ਜਥਾ ਆਦਿ ਦੇ ਰੂਪ ਵਿੱਚ ਵਿਚਰਦੇ ਸਨ। ਗਦਰ ਅਖਬਾਰ ਦੇ ਪਲੇਠੇ ਅੰਕ ਅੰਦਰ ਪਾਠਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਇਨਕਲਾਬੀ ਜੰਗ ਦੀ ਤਿਆਰੀ ਵਾਸਤੇ ਇੱਕ ਸਭਾ ਬਣਾਈ ਗਈ ਹੈ, ਜਿਸ ਦਾ ਨਾਮ ਪੈਸੀਫਿਕ ਕੋਸਟ ਹਿੰਦੀ ਸਭਾ ਰੱਖਾ ਗਿਆ ਹੈ। ਪੋਰਟਲੈਂਡ, ਅਸਟੋਰੀਆ, ਸੈਂਟ ਜਾਨ, ਸੈਕਰਾਮੈਂਟੋ ਅਤੇ ਵਰੇਡਲਵੀਲ ਵਿੱਚ ਇਸ ਦੇ ਜਥੇ ਹਨ। ਜਥੇਬੰਦੀ ਉਸਾਰਨ ਦੇ ਮਾਮਲੇ ਵਿੱਚ ਗਿਣਤੀ ਸਰੀਰਾਂ ਨਾਲੋਂ ਗੁਣ ਰੂਹ ਨੂੰ ਤਰਜੀਹ ਦਿੱਤੀ ਜਾਂਦੀ ਸੀ। ਜਿਸ ਆਦਮੀ ਨੇ ਆਪਣੇ ਆਪ ਨੂੰ ਪੂਰਨ ਰੂਪ ਵਿੱਚ ਦੇਸ਼ ਦੀ ਸੇਵਾ ਲਈ ਅਰਪਣ ਕਰਨਾ ਹੁੰਦਾ, ਉਹ ਇਸ ਬਾਰੇ ਸਭ ਦੇ ਸਨਮੁਖ ਬਕਾਇਦਾ ਪ੍ਰਣ ਕਰਦਾ ਸੀ। ਅਮਰੀਕਾ, ਕੈਨੇਡਾ ਤੇ ਪੂਰਬੀ ਟਾਪੂਆਂ ਅੰਦਰ ਅਨੇਕਾਂ ਥਾਵਾਂ ਤੋਂ ਅਜਿਹੇ ਹਵਾਲੇ ਮਿਲਦੇ ਹਨ ਜਿੱਥੇ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖਲੋ ਕੇ ਦੇਸ਼ ਲਈ ਆਪਾ ਨਿਸ਼ਾਵਰ ਕਰਨ ਦੀਆਂ ਸਹੁੰ ਖਾਧੀਆਂ ਸਨ। ਜਿਹੜਾ ਬੰਦਾ ਅਜੇ ਤਨੋ ਮਨੋਂ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਹੁੰਦਾ ਸੀ, ਉਸ ਨੂੰ ਜਥੇਬੰਦੀ ਵਿੱਚ ਸ਼ਾਮਲ ਕਰਨ ਤੋਂ ਗੁਰੇਜ਼ ਕੀਤਾ ਜਾਂਦਾ ਸੀ। ਬਾਬਾ ਵਿਸਾਖਾ ਸਿੰਘ ਨੇ ਆਪਣੀ ਆਤਮ ਕਥਾ ਅੰਦਰ ਦੋ ਅਜਿਹੇ ਵਿਅਕਤੀਆਂ ਦਾ ਮਾਮਲਾ ਬਿਆਨ ਕੀਤਾ ਹੈ ਜਿਹੜੇ ਪਹਿਲਾਂ ਜੋਸ਼ ਵਿੱਚ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਕਸਮਾਂ ਖਾ ਕੇ ਜਥੇਬੰਦੀ ਵਿੱਚ ਸ਼ਾਮਲ ਹੋ ਗਏ ਸਨ, ਪਰ ਬਾਅਦ ਵਿੱਚ ਇੱਕ ਨੇ ਆਪਣੇ ਪਰਿਵਾਰ ਦੇ ਦਬਾਅ ਹੇਠ ਆ ਕੇ ਤੇ ਦੂਜੇ ਨੇ ਆਪਣੀ ਮਾਨਸਿਕ ਦੁਬਿਧਾ ਕਰਕੇ ਕਮਜ਼ੋਰੀ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ। ਬਾਬਿਆਂ ਨੇ ਆਪ ਹੀ ਉਹਨਾਂ ਦੋਵਾਂ ਵੀਰਾਂ ਨੂੰ ਪੂਰੇ ਪਿਆਰ ਭਾਵ ਨਾਲ ਜਥੇਬੰਦੀ ਦੇ ਕੰਮਾਂ ਤੋਂ ਪਿੱਛੇ ਹਟ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ। ਕੋਈ ਵੀ ਉਹਨਾਂ ਦੀ ਕਮਜ਼ੋਰੀ ਉੱਤੇ ਖਫਾ ਨਹੀਂ ਹੋਇਆ ਸੀ, ਨਾ ਕਿਸੇ ਨੇ ਉਹਨਾਂ ਨੂੰ ਨੀਵੇਂ ਦਿਖਾਉਣ ਦਾ ਯਤਨ ਕੀਤਾ ਸੀ। ਉਹਨਾਂ ਨਾਲ ਪਹਿਲਾਂ ਵਾਂਗੂ ਹੀ ਸਨੇਹ ਬਣਾਈ ਰੱਖਿਆ ਸੀ। ਜਿਹੜੇ ਵਿਦਵਾਨ ਆਧੁਨਿਕ ਵਿਦਿਆ ਦੇ ਪ੍ਰਭਾਵ ਹੇਠ ਇਨਕਲਾਬੀ ਲਹਿਰਾਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਦੇਖਣ ਤੇ ਪੜਚੋਲਣ ਦੇ ਆਦੀ ਹਨ, ਉਹਨਾਂ ਨੂੰ ਗਦਰ ਪਾਰਟੀ ਦੀ ਜਥੇਬੰਦਕ ਬਣਤਰ, ਚਾਲ ਢਾਲ ਤੇ ਕਾਰਜ ਵਿਧੀ ਪੁੱਜ ਕੇ ਦੋਸ਼ਪੂਰਨ ਨਜ਼ਰ ਆਉਂਦੀ ਹੈ। ਉਹਨਾਂ ਦੀ ਜਥੇਬੰਦੀ ਦੀ ਧਾਰਨਾ ਕਿਤਾਬੀ ਅਥਵਾ ਪੱਛਮੀ ਹੈ।
ਜਿੱਥੇ ਹਰ ਗੱਲ ਪੂਰਨ ਤੌਰ ਤੇ ਰਸਮੀ ਮਰਜ਼ਾਦਾ ਜਾਨੀ ਕਿ ਲਿਖਤੀ ਉਪ ਨਿਯਮਾਂ ਅਨੁਸਾਰ ਹੋਣੀ ਚਾਹੀਦੀ ਹੈ, ਉਹ ਸਪਿਰਟ ਜਜ਼ਬੇ ਨਾਲੋਂ ਰਸਮੀ ਮਰਜ਼ਾਦਾ ਨਿਯਮਾਂ ਉਪ ਨਿਯਮਾਂ ਨੂੰ ਉੱਤਮ ਸਮਝਦੇ ਹਨ, ਜਿਸ ਕਰਕੇ ਉਹਨਾਂ ਦੀਆਂ ਨਜ਼ਰਾਂ ਵਿੱਚ ਗਦਰ ਪਾਰਟੀ ਦਾ ਢਾਂਚਾ ਤਾਰਕਿਕ ਨਹੀਂ ਸੀ ਅਤੇ ਇਸ ਅੰਦਰ ਅਨੁਸ਼ਾਸਨ, ਲੀਡਰਸ਼ਿਪ ਦੇ ਕੇਂਦਰ ਤੇ ਭੇਦ ਰੱਖਣ ਦੀ ਬਿਰਤੀ ਦੀ ਰੜਕਵੀਂ ਘਾਟ ਸੀ। ਬਾਬਾ ਸੋਹਣ ਸਿੰਘ ਭਕਨਾ ਨੇ ਇਸ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਉਹਨਾਂ ਦੀ ਜਥੇਬੰਦੀ ਦਾ ਹਰ ਮੈਂਬਰ ਹਰ ਥਾਂ ਫਰਜ਼ ਦੀ ਭਾਵਨਾ ਨਾਲ ਕੰਮ ਕਰਦਾ ਸੀ, ਕਿਉਂਕਿ ਮੈਂਬਰ ਹੁਣ ਆਪਣੇ ਫਰਜ਼ ਪੂਰੀ ਤਰ੍ਹਾਂ ਸਮਝਣ ਲੱਗ ਪਏ ਸਨ। ਇਹ ਡੰਡੇ ਵਾਲਾ ਅਨੁਸ਼ਾਸਨ ਨਹੀਂ ਸੀ, ਸਗੋਂ ਸਿਆਣਪ ਵਾਲਾ ਅਨੁਸ਼ਾਸਨ ਸੀ, ਅਤੇ ਜੇ ਕਿਸੇ ਤੋਂ ਕੋਈ ਗਲਤੀ ਵੀ ਹੋ ਜਾਂਦੀ ਤਾਂ ਸਾਥੀ ਨਿਹਾਇਤ ਨਰਮੀ ਤੇ ਪ੍ਰੇਮ ਨਾਲ ਉਹਨੂੰ ਸਮਝਾ ਦਿੰਦੇ ਤੇ ਉਹ ਉਸ ਗਲਤੀ ਨੂੰ ਮੰਨ ਜਾਂਦਾ। ਸਰਦਾਰ ਜਗਜੀਤ ਸਿੰਘ ਨੇ ਲਿਖਿਆ ਹੈ, ਕਿਸੇ ਸੱਚੀ ਲਗਨ ਦੀ ਸ਼ਾਇਦ ਸਭ ਤੋਂ ਵੱਡੀ ਪਰਖ ਇਹ ਹੈ ਕਿ ਉਸ ਵਿੱਚ ਮਗਨ ਹੋ ਕੇ ਆਦਮੀ ਕਿਸ ਹੱਦ ਤੱਕ ਆਪਣੀ ਹਉਮੈ ਨੂੰ ਭੁਲਾ ਸਕਦਾ ਹੈ। ਗਦਰ ਪਾਰਟੀ ਦੀਆਂ ਅਹੁਦੇਦਾਰੀਆਂ ਵੱਲ ਇਤਨਾ ਘੱਟ ਧਿਆਨ ਦਿੱਤਾ ਗਿਆ ਹੈ ਕਿ ਇਸ ਦੇ ਅਹੁਦੇਦਾਰਾਂ ਨੂੰ ਸਬੂਤ ਦੇ ਕੇ ਨਿਸ਼ਚਿਤ ਕਰਨਾ ਔਖਾ ਹੋ ਗਿਆ ਹੈ। ਗਦਰ ਪਾਰਟੀ ਦੇ ਸੈਂਟਰ ਉੱਤੇ ਕਿਸ ਦਾ ਕੰਟਰੋਲ ਰਹਿੰਦਾ ਹੈ, ਉਹਨਾਂ ਇਸ ਦਾ ਵੀ ਫਿਕਰ ਨਾ ਕੀਤਾ। ਗਦਰ ਪਾਰਟੀ ਦੇ ਸਭ ਚੀਦਾ ਵਰਕਰ ਤੇ ਅਹੁਦੇਦਾਰ ਹਿੰਦ ਅਤੇ ਸਿਆਮ ਬਰਮਾ ਦੀਆਂ ਗਦਰੀ ਮੁਹਿੰਮਾਂ ਦੇ ਮੂਹਰੇ ਲੱਗ ਕੇ ਆ ਗਏ, ਜਿਸ ਕਰਕੇ ਪੰਡਿਤ ਰਾਮਚੰਦਰ ਨੂੰ ਗਦਰ ਪਾਰਟੀ ਉੱਤੇ ਅਧਿਕਾਰ ਕਰਨ ਦਾ ਮੌਕਾ ਮਿਲ ਗਿਆ। ਗਦਰ ਪਾਰਟੀ ਦੇ ਇਨਕਲਾਬੀਆਂ ਨੇ ਹੋਰਨਾਂ ਦੀ ਕਮਾਨ ਹੇਠ ਕੰਮ ਕਰਨੋਂ ਕਤਈ ਸੰਕੋਚ ਨਾ ਕੀਤੀ। ਦੂਸਰੇ ਮੁਕੱਦਮੇ ਦੇ ਜੱਜਾਂ ਨੇ ਟਿਚਕਰ ਕੀਤੀ ਹੈ ਕਿ ਸੰਤ ਰਣਧੀਰ ਸਿੰਘ, ਜਿਨ੍ਹਾਂ ਦੀ ਉਸ ਸਮੇਂ ਆਯੂ 38 ਸਾਲ ਸੀ, ਸ੍ਰੀ ਕਰਤਾਰ ਸਿੰਘ ਵਰਗੇ ਛੋਕਰੇ ਦੀ ਕਮਾਨ ਹੇਠ ਕੰਮ ਕਰਦੇ ਰਹੇ। ਜੱਜ ਗਦਰ ਪਾਰਟੀ ਦੀ ਸਪਿਰਟ ਨੂੰ ਨਹੀਂ ਸਨ ਸਮਝ ਸਕੇ ਕਿ ਗਦਰੀ ਇਨਕਲਾਬੀਆਂ ਨੇ ਆਪਣੀ ਲਗਨ ਦੀ ਮਸਤੀ ਵਿੱਚ ਆਪਣੀ ਹਉਮੈ ਤੇ ਸ਼ਖਸੀਅਤ ਪ੍ਰਸਤੀ ਨੂੰ ਕਿਸ ਹੱਦ ਤੱਕ ਭੁਲਾਇਆ ਹੋਇਆ ਸੀ। ਸੰਤ ਰਣਧੀਰ ਸਿੰਘ ਹੀ ਨਹੀਂ, ਸਗੋਂ ਹੋਰ ਇਨਕਲਾਬੀ ਵੀ ਸ੍ਰੀ ਕਰਤਾਰ ਸਿੰਘ, ਜੋ ਸਭ ਤੋਂ ਛੋਟੀ ਉਮਰ ਦੇ ਸਨ, ਦੀ ਕਮਾਨ ਹੇਠ ਕੰਮ ਕਰਦੇ ਰਹੇ। ਜਿਵੇਂ ਜੱਜ ਗਦਰ ਪਾਰਟੀ ਦੀ ਸਪਿਰਟ ਨੂੰ ਨਹੀਂ ਸਨ ਸਮਝ ਸਕੇ, ਠੀਕ ਉਵੇਂ ਹੀ ਇਨਕਲਾਬੀ ਅਮਲ ਨਾਲੋਂ ਟੁੱਟੇ ਹੋਏ ਵਿਦਵਾਨ, ਜਿਹੜੇ ਆਪ ਜ਼ਿਆਦਾਤਰ ਹਉਮੈ ਗ੍ਰਸਤ ਤੇ ਨਿਜ ਪ੍ਰਸਤ ਹੁੰਦੇ ਹਨ, ਗਦਰੀ ਇਨਕਲਾਬੀਆਂ ਦੀ ਸਪਿਰਟ ਨੂੰ ਨਹੀਂ ਸਮਝ ਸਕਦੇ। ਉਹ ਇਹ ਨਹੀਂ ਸਮਝ ਸਕਦੇ ਕਿ ਜਦ ਕਿਸੇ ਸੱਚੀ ਲਗਨ ਦੇ ਸਬਬ ਇਨਸਾਨ ਦੇ ਜੀਵਨ ਵਿੱਚ ਤਬਦੀਲੀ ਆਉਂਦੀ ਹੈ ਤਾਂ ਇਹ ਤਬਦੀਲੀ ਬਹੁ ਰੁੱਖੀ ਜ਼ਿੰਦਗੀ ਦੇ ਕਈ ਪਹਿਲੂਆਂ ਵਿੱਚ ਜ਼ਾਹਰ ਹੁੰਦੀ ਹੈ। ਆਤਮਿਕ ਕਾਇਆ ਕਲਪ। ਕੋਈ ਵਿਅਕਤੀ ਇਨਕਲਾਬੀ ਵਿਚਾਰ ਗ੍ਰਹਿਣ ਕਰਨ ਨਾਲ ਹੀ ਇਨਕਲਾਬੀ ਨਹੀਂ ਬਣ ਜਾਂਦਾ। ਇਨਕਲਾਬੀ ਬਣਨ ਦਾ ਅਮਲ ਵਿਅਕਤੀ ਦੇ ਆਚਰਣ ਦਾ ਕਾਇਆ ਕਲਪ ਹੋ ਜਾਣ ਨਾਲ ਮੁਕੰਮਲ ਹੁੰਦਾ ਹੈ। ਵਿਚਾਰਾਂ ਦਾ ਕਾਇਆ ਕਲਪ ਮੁਕਾਬਲਤਨ ਬਹੁਤ ਸੁਖਾਲਾ ਹੋ ਜਾਂਦਾ ਹੈ। ਇਹ ਨਿਰੋਲ ਬੌਧਿਕ ਕਿਰਿਆ ਹੈ, ਇਸ ਦਾ ਸੰਬੰਧ ਬੁੱਧੀ ਨਾਲ ਹੈ, ਪਰ ਆਚਰਣ ਦਾ ਕਾਇਆ ਕਲਪ ਆਤਮਿਕ ਕਿਰਿਆ ਹੈ, ਜਿਹੜੀ ਕਿਸੇ ਸੱਚੀ ਲਗਨ ਅਥਵਾ ਕਿਸੇ ਵੱਡੀ ਤੇ ਉਚੇਰੀ ਪ੍ਰੇਰਨਾ ਨਾਲ ਹੀ ਸੰਪੰਨ ਹੋ ਸਕਦੀ ਹੈ। ਇਹ ਨਵਾਂ ਜਨਮ ਲੈਣ ਵਾਲੀ ਗੱਲ ਹੈ। ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਆਤਮ ਕਥਾ ਵਿੱਚ ਆਪਣੇ ਜੀਵਨ ਦਾ ਕਾਇਆ ਕਲਪ ਹੋਣ ਦਾ ਬਿਰਤਾਂਤ ਵਿਸਥਾਰ ਵਿੱਚ ਦਿੱਤਾ ਹੈ ਕਿ ਕਿਵੇਂ ਇੱਕ ਮਹਾਂਪੁਰਖ ਬਾਬਾ ਕੇਸਰ ਸਿੰਘ ਜੀ ਕੇਸਰ ਕਿੱਲੀ ਵਾਲੇ ਨਾਮਧਾਰੀਏ ਦੀ ਕਿਰਪਾ ਨਾਲ ਮੈਂ ਨਰਕੀ ਜੀਵਨ ਤੋਂ ਖਲਾਸੀ ਪਾਈ, ਸਿੱਖ ਧਰਮ ਵਿੱਚ ਨਵਾਂ ਜੀਵਨ ਪ੍ਰਾਪਤ ਕੀਤਾ, ਜਿਸ ਨੂੰ ਮੈਂ ਆਪਣਾ ਨਵਾਂ ਜੀਵਨ ਕਹਿੰਦਾ ਹਾਂ। ਉਹਨਾਂ ਨੇ ਹੀ ਮੈਨੂੰ ਸਿੱਖੀ ਦਾ ਗਾਡੀ ਰਾਹ ਦਿਖਾਇਆ ਅਤੇ ਅੱਜ ਉਹਨਾਂ ਦੀ ਦਇਆ ਨਾਲ ਹੀ ਮੈਂ ਕੌਮੀ ਜੀਵਨ ਦਾ ਲਹਿਰਾ ਲੈ ਰਿਹਾ ਹਾਂ ਤੇ ਜੇਲ੍ਹ ਵੀ ਮੈਨੂੰ ਇੱਕ ਸਵਰਗ ਹੀ ਪ੍ਰਤੀਤ ਹੋ ਰਹੀ ਹੈ। ਬਾਬਾ ਜੀ ਨੇ ਬੇਬਾਕ ਲਹਿਜੇ ਵਿੱਚ ਲਿਖਿਆ ਹੈ ਕਿ ਪਹਿਲੀ ਹਾਲਤ ਵਿੱਚ ਮੈਂ ਮਨ ਦਾ ਗੋਲਾ ਤੇ ਸ਼ੈਤਾਨ ਦਾ ਸ਼ਾਗਿਰਦ ਸਾਂ, ਜਿਸ ਦਾ ਕੋਈ ਈਮਾਨ ਤੇ ਨਾ ਹੀ ਕੋਈ ਧਰਮ ਸੀ। ਜੇ ਕੁਝ ਸੀ ਤਾਂ ਸਭ ਸ਼ੈਤਾਨੀ ਰੰਗ ਵਿੱਚ ਰੰਗਿਆ ਹੋਇਆ, ਬਣਾਵਟੀ ਤੇ ਲੋਕ ਦਿਖਾਵਾ ਸੀ। ਪੂਰੇ 10 ਵਰ੍ਹੇ ਮੈਂ ਇਸ ਨਰਕੀ ਜੀਵਨ ਵਿੱਚ ਗੁਜ਼ਾਰੇ, ਪਰ ਮਹਾਂਪੁਰਖਾਂ ਦੀ ਕਿਰਪਾ ਨਾਲ ਬਾਬਾ ਜੀ ਦੇ ਮਨ ਦੀ ਦਸ਼ਾ ਪੂਰੀ ਤਰ੍ਹਾਂ ਬਦਲ ਗਈ ਸੀ। ਉਹਨਾਂ ਨੇ ਆਪਣੇ ਸਾਰੇ ਭੈੜ ਤਿਆਗ ਦਿੱਤੇ ਤੇ ਇੱਕ ਨਵਾਂ ਆਤਮਿਕ ਜੀਵਨ ਧਾਰਨ ਕਰ ਲਿਆ ਸੀ। ਮਹਾਂਪੁਰਖਾਂ ਦੇ ਬਚਨ ਸਨ ਕਿ ਬੱਚਾ ਕਾਮਨਾ ਅਧੀਨ ਮਨੁੱਖ ਨਾ ਸਾਧ ਬਣ ਸਕਦਾ ਏ ਤੇ ਨਾ ਹੀ ਰਾਜਨੇਤਾ।
ਜੋ ਮਨੁੱਖ ਕਾਮਨਾ ਅਧੀਨ ਮਨ ਨੂੰ ਜਿੱਤ ਲੈਂਦਾ ਹੈ, ਉਹ ਸੰਸਾਰ ਵਿੱਚ ਮਨੁੱਖ ਅਖਵਾਣ ਦਾ ਅਧਿਕਾਰੀ ਹੈ। ਹੋਰ ਕੋਈ ਨਹੀਂ ਤੇ ਉਹ ਰੱਬ ਦੇ ਬੰਦਿਆਂ ਦੀ ਸੇਵਾ ਕਰ ਸਕਦਾ ਹੈ। ਸਾਧ ਬਣ ਕੇ ਕਰੇ ਭਾਵੇਂ ਰਾਜਨੇਤਾ ਬਣ ਕੇ, ਗੱਲ ਇੱਕੋ ਕੁਝ ਹੈ। ਕਿਉਂ ਜੋ ਆਤਮਿਕ ਤੇ ਕੌਮੀ ਜੀਵਨ ਵਿੱਚ ਕੋਈ ਫਰਕ ਨਹੀਂ। ਆਤਮਿਕ ਗਿਆਨ ਵੀ ਰੱਬ ਦੇ ਬੰਦਿਆਂ ਨਾਲ ਪ੍ਰੇਮ ਕਰਨਾ ਸਿਖਾਉਂਦਾ ਏ ਤੇ ਸੱਚੀ ਕੌਮੀਅਤ ਵੀ ਮਨੁੱਖ ਮਾਤਰ ਨਾਲ ਪ੍ਰੇਮ ਕਰਨ ਦੀ ਸੰਥਾ ਦਿੰਦੀ ਹੈ। ਆਤਮਿਕ ਗਿਆਨ ਵੀ ਆਖਰ ਸਾਨੂੰ ਇਕਾਕੀ ਵਾਹਦ ਜੀਵਨ ਵੱਲ ਲੈ ਜਾਂਦਾ ਹੈ ਤੇ ਕੌਮੀਅਤ ਵੀ ਸਾਨੂੰ ਇਕਮਈ ਤੇ ਸਾਂਝੇ ਜੀਵਨ ਦੀ ਲੜੀ ਵਿੱਚ ਪਰੋਂਦੀ ਹੈ। ਅੰਤ ਆਤਮਿਕ ਤੇ ਕੌਮੀਅਤ ਦਾ ਇੱਕੋ ਹੈ। ਪਰ ਤਾਂ ਜੇ ਅਸੀਂ ਕਾਮਨਾ ਅਧੀਨ ਮਨ ਦੀ ਗੁਲਾਮੀ ਤੋਂ ਆਜ਼ਾਦ ਹੋ ਕੇ ਕੌਮੀ ਸੇਵਾ ਤੇ ਆਤਮਿਕ ਗਿਆਨ ਦੇ ਅਰਥਾਂ ਨੂੰ ਸਮਝ ਸਕੀਏ, ਤਦੇ ਇਹ ਭੇਦ ਚੰਗੀ ਤਰ੍ਹਾਂ ਖੁੱਲ੍ਹੇਗਾ। ਪ੍ਰੋਫੈਸਰ ਤੇਜਾ ਸਿੰਘ ਜੀ ਨੇ ਭਾਈ ਭਾਗ ਸਿੰਘ ਭਿੱਖੀਵਿੰਡ ਦੇ ਜੀਵਨ ਅੰਦਰ ਇੱਕਦਮ ਆਏ ਪਲਟੇ ਦੀ ਵਿਥਿਆ ਇੰਜ ਬਿਆਨ ਕੀਤੀ ਹੈ। ਭਾਈ ਵਰਿਆਮ ਸਿੰਘ ਜੀ ਸ਼ੰਘਾਈ ਵਿੱਚ ਆਪਣੀ ਕਿਰਤ ਕਰਕੇ ਵੰਡ ਛਕਦੇ। ਇਹ ਬੜੇ ਨਾਮ ਰਸੀਏ ਸਨ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਵੈਨਕੂਵਰ ਆਉਣ ਦੀ ਪ੍ਰੇਰਨਾ ਕੀਤੀ। ਕੁਝ ਸਾਥੀਆਂ ਨੂੰ ਨਾਲ ਲੈ ਕੇ ਤੁਰ ਪਏ। ਕਹਿੰਦੇ ਆਉਣ ਕਿ ਰਸਤੇ ਵਿੱਚ ਸਾਨੂੰ ਇੱਕ ਆਪਣਾ ਪਿਛਲੇ ਜਨਮ ਦਾ ਪੁਰਾਣਾ ਸਾਥੀ ਮਿਲਣਾ ਹੈ ਅਤੇ ਉਸ ਦੀ ਸਹਾਇਤਾ ਨਾਲ ਸੱਚੇ ਪਾਤਸ਼ਾਹ ਦਾ ਝੰਡਾ ਵੈਨਕੂਵਰ ਵਿੱਚ ਚਲਾਉਣਾ ਹੈ। ਜਦ ਜਹਾਜ਼ ਜਾਪਾਨ ਦੀ ਬੰਦਰਗਾਹ ਕੋਬੇ ਤੇ ਲੱਗਾ ਤਾਂ ਇਹ ਵੀ ਸ਼ਹਿਰ ਵਿੱਚ ਗਏ। ਇੱਕ ਬੜਾ ਭਾਰੀ ਜਵਾਨ ਸਿੱਖ, ਤਕੜੀ ਡੀਲ ਡੌਲ ਅਤੇ ਤਕਰੀਬਨ 6 ਫੁੱਟ ਲੰਬਾ, ਸਾਹਮਣੇ ਦੁਕਾਨ ਤੇ ਸ਼ਰਾਬ ਵਿੱਚ ਮਸਤ ਨਜ਼ਰ ਆਇਆ। ਸੋਹਣਾ ਖਿੜਿਆ ਹੋਇਆ ਮੁਖੜਾ ਅਤੇ ਬੜਾ ਉੱਚਾ ਤੇ ਚੌੜਾ ਭਾਗਾਂ ਵਾਲਾ ਮਸਤਕ। ਇਸ ਨੂੰ ਦੂਰੋਂ ਹੀ ਦੇਖ ਕੇ ਆਪਣੇ ਸਾਥੀਆਂ ਨੂੰ ਭਾਈ ਵਰਿਆਮ ਸਿੰਘ ਨੇ ਆਖਿਆ, ਉਹ ਸਾਡਾ ਸਾਥੀ ਖੜਾ ਹੈ। ਨੇੜੇ ਜਾ ਕੇ ਬਾਹੋਂ ਫੜ ਲਿਆ ਅਤੇ ਆਖਿਆ, ਯਾਰ ਤੂੰ ਕਿੱਥੇ ਫਿਰਦਾ ਹੈ? ਅਸਾਂ ਤਾਂ ਰਲ ਕੇ ਸਤਿਗੁਰ ਦੀ ਸੇਵਾ ਕਰਨੀ ਹੈ। ਬਾਂਹ ਫੜਨੀ ਕੀ ਸੀ, ਜਾਦੂ ਸੀ। ਉਹ ਪ੍ਰੇਮੀ ਲੇਲੇ ਵਾਂਗੂ ਟੁਰ ਪਿਆ। ਸ਼ਰਾਬ ਸ਼ਰੂਬ ਕਿਧਰੇ ਗਈ ਅਤੇ ਆਪਣੇ ਸਾਥੀਆਂ ਸਮੇਤ ਭਾਈ ਵਰਿਆਮ ਸਿੰਘ ਨਾਲ ਜਹਾਜ਼ ਚੜ੍ਹ ਗਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛੋਟੀ ਬੀੜ ਭਾਈ ਵਰਿਆਮ ਸਿੰਘ ਜੀ ਦੇ ਨਾਲ ਹੀ ਸੀ। ਥੋੜੇ ਦਿਨਾਂ ਮਗਰੋਂ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਭਾਈ ਭਾਗ ਸਿੰਘ ਜੀ ਤੇ ਹੋਰ ਪ੍ਰੇਮੀਆਂ ਨੂੰ ਸਤਿਗੁਰੂ ਦੇ ਜਹਾਜ਼ ਤੇ ਚਾੜਿਆ। ਹੁਣ ਤਾਂ ਭਾਈ ਭਾਗ ਸਿੰਘ ਵਿੱਚ ਬੀਰਤਾ, ਧੀਰਤਾ ਤੇ ਗੰਭੀਰਤਾ ਦੇ ਸਾਰੇ ਗੁਣ ਜਾਗ ਪਏ ਅਤੇ ਇਹ ਭਾਈ ਵਰਿਆਮ ਸਿੰਘ ਜੀ ਦੀ ਸੱਜੀ ਬਾਂਹ ਬਣ ਗਏ। ਬਾਬਾ ਸੋਹਣ ਸਿੰਘ ਭਕਨਾ ਨੇ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਦਰਸਾਇਆ ਹੈ ਕਿ ਗਦਰ ਪਾਰਟੀ ਦੇ ਜਿਹੜੇ ਵਰਕਰਾਂ ਨੇ ਕਾਮਨਾ ਅਧੀਨ ਮਨ ਨੂੰ ਜਿੱਤ ਲਿਆ ਸੀ, ਉਹਨਾਂ ਦੇ ਆਚਰਣ ਵਿੱਚ ਸਿਫਤੀ ਤਬਦੀਲੀ ਆ ਗਈ ਸੀ। ਸ਼ਰਾਬੀਆਂ ਨੇ ਦੇਸ਼ ਦੇ ਨਾਮਪੁਰ ਸ਼ਰਾਬ ਨਾ ਪੀਣ ਦੇ ਪ੍ਰਣ ਲਏ। ਅਮਲੀਆਂ ਨੇ ਅਫੀਮ ਖਾਣੀ ਛੱਡ ਦਿੱਤੀ। ਬਹੁਤ ਸਾਰੇ ਅਫੀਮੀਆਂ ਤੇ ਸ਼ਰਾਬੀਆਂ ਦੀਆਂ ਮਿਸਾਲਾਂ ਸਾਡੇ ਪਾਸ ਮੌਜੂਦ ਹਨ, ਜਿਨ੍ਹਾਂ ਨੇ ਨਾ ਸਿਰਫ ਅਫੀਮ ਤੇ ਸ਼ਰਾਬ ਦਾ ਹੀ ਮੁਲਕ ਦੇ ਨਾਮਪੁਰ ਤਿਆਗ ਕੀਤਾ, ਸਗੋਂ ਆਪਣੀ ਜੰਮਣ ਭੂਈ ਦੇ ਨਾਮਪੁਰ ਹੱਸ ਹੱਸ ਕੇ ਫਾਹੇ ਚੜ੍ਹ ਗਏ ਤੇ ਅੰਡੇਮਾਨ ਕਾਲੇ ਪਾਣੀ ਦੇ ਮਾਰੂ ਪਾਣੀ ਵਿੱਚ ਕਈ ਵਰੇ ਤੱਕ ਵੈਰੀਆਂ ਦੀ ਕੈਦ ਅੰਦਰ ਰਹਿ ਕੇ ਆਪਣੀਆਂ ਜ਼ਿੰਦਾ ਕੌਮੀ ਇੱਜ਼ਤਪੁਰ ਸਦਕੇ ਕਰ ਦਿੱਤੀਆਂ। ਭਾਈ ਅਰਜਨ ਸਿੰਘ ਖੁਖਰਾਣਾ ਤੇ ਪੰਡਿਤ ਕਾਂਸ਼ੀ ਰਾਮ, ਜਿਨ੍ਹਾਂ ਦੇ ਆਖਰੀ ਗੀਤਾਂ ਨੂੰ ਸੁਣ ਕੇ ਕੰਧਾਂ ਕੋਲੇ ਵੀ ਰੋ ਰਹੇ ਸਨ, ਫਾਂਸੀ ਚੜ੍ਹਨ ਵੇਲੇ ਜਿਨ੍ਹਾਂ ਦਾ ਉੱਚਾ ਹੌਸਲਾ ਤੇ ਦ੍ਰਿੜਤਾ ਈਸਾ ਤੋਂ ਕਿਸੇ ਤਰ੍ਹਾਂ ਘੱਟ ਨਹੀਂ ਸੀ, ਉਹ ਕੌਣ ਸਨ? ਸ਼ਰਾਬੀਆਂ ਦੇ ਸਰਦਾਰ ਭਾਈ ਰੁਲੀਆ ਸਿੰਘ, ਜਿਸ ਨੇ ਕੌਮੀ ਇੱਜ਼ਤ ਬਦਲੇ ਅੰਡੇਮਾਨ ਦੀ ਇੱਕ ਭੁੱਖ ਹੜਤਾਲ ਵਿੱਚ ਚੁੜ ਚੁੜ ਕੇ ਜਾਨ ਨਿਸ਼ਾਵਰ ਕੀਤੀ, ਤੇ ਭਾਈ ਗੁਰਦਿੱਤ ਸਿੰਘ ਜੈਕ, ਜੋ ਕਈ ਵਰ੍ਹਿਆਂ ਮਗਰੋਂ ਅੰਡੇਮਾਨ ਤੋਂ ਰਿਹਾ ਹੋਇਆ ਸ਼ਰਾਬੀਆਂ ਦੇ ਹੀ ਸ਼੍ਰੋਮਣੀ ਸਨ। ਭਾਈ ਕੇਹਰ ਸਿੰਘ, ਜਿਸ ਨੇ ਅੰਡੇਮਾਨ ਵਿੱਚ ਨਿਹਾਇਤ ਬਹਾਦਰੀ ਨਾਲ ਕਈ ਵਰ੍ਹੇ ਅਸਹਿ ਕਸ਼ਟਾਂ ਦਾ ਟਾਕਰਾ ਕਰਦਿਆਂ ਹੋਇਆਂ ਸ਼ਹੀਦੀ ਪਾਈ, ਇੱਕ ਘੋਰ ਅਮਲੀ ਸਨ। ਪਰ ਵਾਹ ਬਈ ਦੇਸ਼ ਭਗਤੀ, ਤੇਰੇ ਸੱਚੇ ਅਮਲ ਦੇ ਸਾਹਮਣੇ ਝੂਠੇ ਅਮਲ ਭਲਾ ਕਦੋਂ ਟਿਕ ਸਕਦੇ ਨੇ। 20 ਵਰ੍ਹੇ ਅਫੀਮ ਖਾ ਚੁੱਕਣ ਮਗਰੋਂ ਜਦੋਂ ਦੇਸ਼ ਪ੍ਰੇਮ ਜਾਗਿਆ ਤਾਂ ਅਫੀਮ ਦੀ ਡੱਬੀ ਇੱਕਦਮ ਵਗਾ ਮਾਰੀ ਤੇ ਫਿਰ ਸਾਰੀ ਉਮਰ ਅਫੀਮ ਵੱਲ ਅੱਖ ਭਰ ਕੇ ਦੇਖਿਆ ਤੱਕ ਨਹੀਂ। ਬਾਬਾ ਜੀ ਹੋਰ ਫਰਮਾਉਂਦੇ ਹਨ ਕਿ ਗਦਰ ਪਾਰਟੀ ਦੇ ਸਧਾਰਨ ਤੋਂ ਸਧਾਰਨ ਦੇਸ਼ ਭਗਤਾਂ ਦੇ ਉੱਚੇ ਤਿਆਗ ਦੀਆਂ ਇਹੋ ਜਿਹੀਆਂ ਨਜ਼ੀਰਾਂ ਮੈਂ ਆਪਣੀ ਅੱਖੀਂ ਦੇਖੀਆਂ ਹਨ, ਜੋ ਉੱਚ ਪਾਏ ਦੇ ਦੀਵਾਨਾ
ਤੇ ਦੇਸ਼ ਭਗਤੀ ਦੇ ਦਾਅਵੇਦਾਰਾਂ ਵਿੱਚ ਬਹੁਤ ਘੱਟ ਮਿਲਦੀਆਂ ਹਨ। ਗਦਰ ਪਾਰਟੀ ਦੇ ਕਈ ਮੈਂਬਰ ਜਿਨ੍ਹਾਂ ਨੇ ਅਮਰੀਕਾ ਵਿੱਚ ਕਰੜੀ ਘਾਲਣਾ ਘਾਲ ਕੇ ਰੁਪਇਆ ਜੋੜਿਆ ਸੀ, ਦੇਸ਼ ਸੇਵਾ ਲਈ ਉਹ ਰੁਪਇਆ ਐਸੀ ਖੁੱਲ੍ਹ ਦਿਲੀ ਨਾਲ ਸੁਸਾਇਟੀ ਨੂੰ ਦਿੱਤਾ ਜਿਕਣ ਕੋਈ ਵੱਡਾ ਮਹਾਂਪੁਰਖ ਵੈਰਾਗੀ ਹੋ ਕੇ ਆਪਣੇ ਧਨ ਦੌਲਤ ਨੂੰ ਲੱਤ ਮਾਰ ਵਿਰਕਤ ਹੋ ਜਾਂਦਾ ਏ ਤੇ ਉਸ ਦੇ ਦਿਲ ਵਿੱਚ ਰਤਾ ਵੀ ਮੋਹ ਨਹੀਂ ਵਿਆਪਦਾ ਤੇ ਨਾ ਹੀ ਦੁਖੀ ਹੁੰਦਾ ਹੈ ਕਿ ਪੈਸੇ ਟਕੇ ਬਗੈਰ ਮੇਰਾ ਕੀ ਹਾਲ ਹੋ। ਸਦਾਚਾਰ, ਤਿਆਗ ਤੇ ਦੇਸ਼ ਪ੍ਰੇਮ ਦੀ ਬਣਾ ਤੇ ਹਿੰਦੀਆਂ ਦੀ ਜਥੇਬੰਦੀ ਵੀ ਉੱਚੇ ਦਰਜੇ ਦੀ ਹੋ ਗਈ ਸੀ। ਜੇ ਕੋਈ ਹਿੰਦੀ ਕਿਸੇ ਕੰਪਨੀ ਨਾਲ ਆਪਣੀ ਤਨਖਾਹ ਵਧਾਉਣ ਲਈ ਰਗੜਾ ਝਗੜਾ ਕਰਦਾ ਸੀ ਤੇ ਸੁਣਾਈ ਨਾ ਹੋਣ ਪੁਰ ਕੰਮ ਛੱਡ ਦਿੰਦਾ ਸੀ ਤਾਂ ਦੂਜਾ ਕੋਈ ਹਿੰਦੀ ਕਾਰਖਾਨੇ ਵਾਲਿਆਂ ਦੇ ਤਰਲੇ ਕਰਨ ਪੁਰ ਵੀ ਉਸ ਦੀ ਥਾਂ ਨਹੀਂ ਸੀ ਲੱਗਦਾ। ਆਖਰ ਕੰਪਨੀ ਨੂੰ ਉਸ ਆਦਮੀ ਨਾਲ ਸੁਲ੍ਹਾ ਕਰਨੀ ਪੈਂਦੀ ਸੀ। ਇਸ ਤਰ੍ਹਾਂ ਦਾ ਏਕਾ ਵੇਖ ਕੇ ਅਮਰੀਕਨ ਵੀ ਹੈਰਾਨ ਹੁੰਦੇ ਸਨ। ਸ਼ਾਇਦ ਇਹ ਪੜ੍ਹ ਕੇ ਪਾਠ ਖਿਆਲ ਕਰਨਗੇ ਕਿ ਅਜਿਹਾ ਵਤਨ ਪ੍ਰੇਮ ਤੇ ਤਿਆਗ ਬਗੈਰ ਵਿਦਿਆ ਤੋਂ ਅਮਰੀਕਨ ਹਿੰਦੀਆਂ ਵਿੱਚ ਇੰਨੀ ਛੇਤੀ ਕੀਕਣ ਪੈਦਾ ਹੋ ਗਿਆ, ਜਿਸ ਨੇ ਇੱਕਦਮ ਹੀ ਉਹਨਾਂ ਦੀ ਕਾਇਆ ਪਲਟ ਦਿੱਤੀ। ਇਸ ਦਾ ਸੱਚਾ ਉੱਤਰ ਇਹ ਵੇ, ਜੇ ਵਿਦਿਆ ਪੜ੍ਹਨ ਦਾ ਮਤਲਬ ਸਿਰਫ ਅੱਖਰ ਲਿਖਣਾ ਪੜ੍ਹਨਾ ਤੇ ਕਿਤਾਬਾਂ ਦਾ ਰੱਟ ਲਾਉਣਾ ਹੀ ਹੈ, ਤਾਂ ਤੇ ਅਸੀਂ ਆਖ ਸਕਦੇ ਹਾਂ ਕਿ ਅਮਰੀਕਨ ਹਿੰਦੀਆਂ ਵਿੱਚ ਬਹੁਤ ਸਾਰੇ ਸੱਜਣ ਅਜਿਹੇ ਸਨ ਜੋ ਚਿੱਟੇ ਉੱਤੇ ਕਾਲਾ ਲਿਖਣ ਨਹੀਂ ਜਾਣਦੇ। ਹਾਂ, ਜੇ ਵਿਦਿਆ ਦਾ ਅਰਥ ਜਾਣਨਾ ਦੇ ਗਿਆਨ ਹੈ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਗਦਰ ਪਾਰਟੀ ਵਿੱਚ ਸ਼ਾਇਦ ਹੀ ਕੋਈ ਅਨਪੜ੍ਹ ਹੋਵੇਗਾ, ਨਹੀਂ ਤਾਂ ਸਾਰੇ ਪੜ੍ਹੇ ਲਿਖੇ ਸਨ ਤੇ ਉਹ ਪੜ੍ਹੇ ਵੀ ਕਿਸੇ ਮਾਮੂਲੀ ਕਾਲਜ ਦੇ ਨਹੀਂ ਸਨ, ਸਗੋਂ ਉਹਨਾਂ ਨੇ ਆਜ਼ਾਦੀ ਦੇ ਉਸ ਕਾਲਜ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ ਜਿਸ ਕਾਲਜ ਵਿੱਚ ਪੜ੍ਹੇ ਬਿਨਾਂ ਕੋਈ ਕੌਮ ਜਾਂ ਮਨੁੱਖ ਆਪਣੇ ਆਪ ਨੂੰ ਆਜ਼ਾਦ ਨਹੀਂ ਅਖਵਾ ਸਕਦਾ ਤੇ ਨਾ ਹੀ ਕੋਈ ਦੁਨੀਆ ਉਸ ਨੂੰ ਆਜ਼ਾਦੀ ਦਾ ਪਟਾ ਦਿੰਦੀ ਹੈ। ਇਸ ਕਾਲਜ ਵਿੱਚ ਕੋਈ ਲੰਬੀਆਂ ਚੌੜੀਆਂ ਕਿਤਾਬਾਂ ਵਿਦਿਆਰਥੀਆਂ ਦੇ ਮਗਜਾਂ ਵਿੱਚ ਨਹੀਂ ਤੁੰਨੀਆਂ ਜਾਂਦੀਆਂ, ਸਗੋਂ ਸੰਖੇਪ ਸ਼ਬਦਾਂ ਵਿੱਚ ਉਹ ਸਭ ਕੁਝ ਉਹਨਾਂ ਦੇ ਦਿਮਾਗਾਂ ਅੰਦਰ ਭਰਿਆ ਜਾਂਦਾ ਹੈ ਜਿਸ ਦੀ ਕੌਮਾਂ ਤੇ ਮਨੁੱਖ ਨੂੰ ਲੋੜ ਹੈ। ਉਹ ਸੰਥਾ ਵੀ ਇੱਥੇ ਦੇਣੀ ਜ਼ਰੂਰੀ ਹੈ, ਉਹ ਹੈ ਆਜ਼ਾਦੀ ਜਾਂ ਮੌਤ। ਬਸ ਇਹੋ ਇੱਕ ਸਬਕ ਹੈ ਜਿਸ ਨੂੰ ਕੰਠ ਕਰਨ ਤੇ ਉਸ ਪੁਰ ਵਰਤੋਂ ਕਰਨ ਨਾਲ ਗੁਲਾਮ ਕੌਮਾਂ ਦੇ ਬੰਦੇ ਆਜ਼ਾਦੀ ਦਾ ਐਸਾ ਗੁਰ ਲੱਭ ਲੈਂਦੇ ਹਨ ਜਿਸ ਦੇ ਸਹਾਰੇ ਉਹ ਆਜ਼ਾਦੀ ਪ੍ਰਾਪਤੀ ਦੇ ਔਖੇ ਸਵਾਲ ਨੂੰ ਸਹਿਜੇ ਹੀ ਹੱਲ ਕਰ ਸਕਦੇ ਹਨ। ਅਜਿਹੇ ਸੱਚੇ ਦੇਸ਼ ਭਗਤਾਂ ਦੀ ਤੁਲਨਾ ਵਿੱਚ ਗਦਰ ਪਾਰਟੀ ਦੀਆਂ ਸਫਾਂ 'ਚ ਕੁਝ ਅਜਿਹੇ ਵਿਅਕਤੀ ਵੀ ਆ ਰਲੇ ਸਨ ਜਿਹੜੇ ਕੇਵਲ ਵਿਚਾਰਾਂ 'ਚ ਇਨਕਲਾਬੀ ਸਨ, ਪਰ ਜਿਨ੍ਹਾਂ ਦਾ ਆਤਮਿਕ ਕਾਇਆ ਕਲਪ ਨਹੀਂ ਹੋਇਆ ਸੀ। ਉਹਨਾਂ ਪੱਲੇ ਕਿਤਾਬੀ ਗਿਆਨ ਬਥੇਰਾ ਸੀ, ਪਰ ਉਹ ਆਤਮਿਕ ਗਿਆਨ ਤੋਂ ਸੱਖਣੇ ਸਨ, ਜਿਸ ਕਰਕੇ ਉਹ ਲਾਲਚ ਤੇ ਨਿੱਜ ਪ੍ਰਸਤੀ ਵਰਗੇ ਮਨੋਵਿਕਾਰਾਂ ਤੋਂ ਮੁਕਤ ਨਹੀਂ ਹੋਏ ਸਨ। ਬਾਬਾ ਸੋਹਣ ਸਿੰਘ ਭਕਨਾ ਨੇ ਅਜਿਹੇ ਨਿੱਜ ਪ੍ਰਸਤਾਂ ਤੇ ਦੌਲਤ ਦੇ ਲੋਭੀਆਂ ਜਿਵੇਂ ਕਿ ਜੀ.ਡੀ. ਕੁਮਾਰ, ਤਾਰਕਨਾਥ, ਲਾਲਾ ਠਾਕਰਦਾਸ, ਰਾਮ ਚੰਦਰ ਆਦਿ ਨੂੰ ਆਪਣੀਆਂ ਲਿਖਤਾਂ ਅੰਦਰ ਗਾਉਂਦੇ ਜਾਰ ਕਹਿ ਕੇ ਸਖਤ ਫਿਟਕਾਰ ਪਾਈ ਹੈ। ਉਸ ਨੇ ਠਾਕੁਰਦਾਸ ਦੇ ਕਰਤਾਰ ਦਾ ਪਰਦਾਫਾਸ਼ ਕਰਦਿਆਂ ਲਿਖਿਆ ਹੈ ਕਿ ਇਹ ਠਾਕਰਦਾਸ ਆਪਣੇ ਆਪ ਨੂੰ ਭਾਈ ਅਜੀਤ ਸਿੰਘ ਦਾ ਸਾਥੀ ਦੱਸਦਾ ਸੀ। ਜਦੋਂ ਹਿੰਦੀ ਐਸੋਸੀਏਸ਼ਨ ਕਾਇਮ ਹੋਈ ਤਾਂ ਇਸ ਦਾ ਮੀਤ ਸਕੱਤਰ ਚੁਣਿਆ ਗਿਆ, ਪਰ ਥੋੜੇ ਹੀ ਦਿਨਾਂ ਪਿੱਛੋਂ ਉਸ ਦੇ ਚਾਲ ਚੱਲਣ ਦਾ ਪਰਦਾ ਪਾਟ ਗਿਆ। ਜੋ ਚੰਦਾ ਉਸਨੇ ਸੁਸਾਇਟੀ ਨੂੰ ਦੇਣਾ ਮੰਨਿਆ ਸੀ ਉਹ ਵੀ ਪੂਰਾ ਨਾ ਕੀਤਾ ਤੇ ਉਸ ਤੋਂ ਛੁੱਟ ਸੁਸਾਇਟੀ ਨੇ ਭਾਈ ਅਜੀਤ ਸਿੰਘ ਨੂੰ ਸਵਿਟਜ਼ਰਲੈਂਡ ਵਿੱਚ $120 ਇਸ ਦੇ ਰਾਹੀਂ ਘੱਲੇ ਸਨ। ਉਹ ਵੀ ਇਸ ਨੇ ਹਜ਼ਮ ਕਰ ਲਏ। ਜਦੋਂ ਸੁਸਾਇਟੀ ਨੇ ਪੁੱਛਿਆ ਤਾਂ ਕਈ ਦਿਨ ਤਾਂ ਆਲੇ ਕੌਡੀ ਛਿੱਕੇ ਕੌਡੀ ਕਰਦਾ ਰਿਹਾ, ਪਰ ਜਦੋਂ ਕਿਸੇ ਤਰ੍ਹਾਂ ਪਿੱਛਾ ਛੁੱਟਦਾ ਨਜ਼ਰ ਨਾ ਆਇਆ ਤਾਂ ਇੱਕ ਦਿਨ ਰਾਤ ਨੂੰ ਚੋਰੀ ਹੀ ਸੈਂਟ ਜਾਨ ਤੋਂ ਪੱਤਰਾ ਵਾਚ ਗਿਆ। ਫਿਰ ਮੇਰੇ ਅਮਰੀਕਾ ਵਿੱਚ ਹੁੰਦਿਆਂ ਤਾਂ ਉਸ ਦੀ ਕੋਈ ਉੱਗ ਸੁੱਗ ਨਹੀਂ ਨਿਕਲੀ। ਇਹੋ ਜਿਹੇ ਹੋਰ ਵੀ ਕਈ ਗੌਂ ਕੱਢੂ ਆਦਮੀ ਸਨ ਜਿਨ੍ਹਾਂ ਨੇ ਆਪਣਾ ਗੌਂ ਕੱਢਣ ਦੇ ਕਾਰਨ ਹਿੰਦੀਆਂ ਵਿੱਚ ਬੇਇਤਬਾਰੀ ਫੈਲਾਈ ਸੀ। ਹਿੰਦੀ ਕਿਰਤੀ ਕਿਸਾਨ ਪਾਰਟੀ ਇਹਨਾਂ ਦੀ ਕਿਰਪਾ ਨਾਲ ਹੀ ਅੰਗਰੇਜ਼ੀ ਪੜ੍ਹੇ ਲਿਖੇ ਆਦਮੀਆਂ ਪਰ ਭਰੋਸਾ ਨਹੀਂ ਸੀ ਕਰਦੀ। ਰਣਨੀਤੀ ਤੇ ਕਾਰਜ ਵਿਉਂਤ। ਦੇਸ਼ ਦੀ ਆਜ਼ਾਦੀ ਲਈ ਬਸਤੀਵਾਦੀ ਹਕੂਮਤ ਵਿਰੁੱਧ ਹਥਿਆਰਬੰਦ ਜੰਗ ਲੜਨ ਵਾਸਤੇ ਗਦਰ ਪਾਰਟੀ ਦੀ ਰਣਨੀਤੀ ਤੇ ਕਾਰਜ ਵਿਉਂਤ ਬਾਰੇ ਕੁਝ ਵਿਦਵਾਨਾਂ ਨੇ ਕਾਫੀ ਭੁਲੇਖੇ ਖੜੇ ਕੀਤੇ ਹਨ।
ਅਜਿਹੇ ਪ੍ਰਭਾਵ ਦੇਣ ਦੇ ਯਤਨ ਕੀਤੇ ਗਏ ਹਨ ਕਿ ਗਦਰੀ ਆਗੂਆਂ ਅੰਦਰ ਲੜਨ ਦਾ ਜਜ਼ਬਾ ਤੇ ਦਲੇਰੀ ਤਾਂ ਅਥਾਹ ਸੀ, ਪਰ ਰਾਜਸੀ ਵਿਦਿਆ ਤੋਂ ਕੋਰੇ ਹੋਣ ਕਰਕੇ ਉਹਨਾਂ ਅੰਦਰ ਬਰਤਾਨਵੀ ਸਾਮਰਾਜ ਵਰਗੇ ਨਿਪੁੰਨਤਾ ਦੀ ਹੱਦ ਤੱਕ ਜਥੇਬੰਦ ਤੇ ਤਾਕਤਵਰ ਦੁਸ਼ਮਣ ਨੂੰ ਮਾਤ ਦੇਣ ਲਈ ਲੜਾਈ ਦੀ ਪੁਖਤਾ ਰਣਨੀਤੀ ਤੇ ਕਾਰਜ ਯੋਜਨਾ ਤਿਆਰ ਕਰਨ ਦੀ ਸੂਝ-ਬੂਝ ਤੇ ਯੋਗਤਾ ਦੀ ਵੱਡੀ ਘਾਟ ਸੀ, ਜਿਸ ਕਰਕੇ ਉਹਨਾਂ ਵੱਲੋਂ ਕੀਤੇ ਗਏ ਲੜਾਈ ਦੇ ਯਤਨ ਜ਼ਿਆਦਾਤਰ ਉਖੜੇ-ਪੁਖੜੇ ਤੇ ਆਪ ਮੁਹਾਰੇ ਸਨ। ਗਦਰੀ ਆਗੂਆਂ ਬਾਰੇ ਇਹ ਨਾਮੁਖੀ ਜਾਇਜ਼ਾ ਖੁਦ ਇਨਕਲਾਬੀ ਨਜ਼ਰੀਏ ਤੇ ਅਭਿਆਸ ਤੋਂ ਕੋਰੇ ਵਿਦਵਾਨਾਂ ਦੀਆਂ ਸੀਮਾਵਾਂ ਨੂੰ ਉਜਾਗਰ ਕਰਦਾ ਹੈ। 1913 ਵਿੱਚ ਜਿਸ ਵੇਲੇ ਗਦਰ ਪਾਰਟੀ ਕਾਇਮ ਕੀਤੀ ਗਈ ਸੀ ਤਾਂ ਇਸ ਦੇ ਬਾਨੀਆਂ ਨੂੰ ਭਾਵੇਂ ਇਨਕਲਾਬੀ ਸੰਘਰਸ਼ਾਂ ਦਾ ਪੂਰਨ ਤਜਰਬਾ ਕੋਈ ਨਹੀਂ ਸੀ ਅਤੇ ਇਸ ਦ੍ਰਿਸ਼ਟੀ ਤੋਂ ਉਹ ਲਗਭਗ ਅਨਾੜੀ ਜਾਂ ਸਿਖਾਂਦਰੂ ਹੀ ਕਹੇ ਜਾ ਸਕਦੇ ਸਨ, ਪਰ ਉਹਨਾਂ ਵਿੱਚ ਵਾਧੂ ਗੁਣ ਇਹ ਸੀ ਕਿ ਉਹ ਅਨੁਭਵੀ ਸਨ। ਸਚਿੰਦਰ ਨਾਥ ਸਾਨਿਆਲ ਦੀ ਕਰਤਾਰ ਸਿੰਘ ਸਰਾਭੇ ਬਾਰੇ ਇਹ ਟਿੱਪਣੀ ਬਹੁਤ ਅਰਥ ਭਰਪੂਰ ਹੈ ਕਿ ਉਹ ਅਨੁਭਵੀ ਸੀ। ਇਸ ਦੀ ਤੁਲਨਾ ਵਿੱਚ ਸ਼ਹੀਦ ਭਗਤ ਸਿੰਘ ਬਾਰੇ ਉਸ ਦੀ ਇਹ ਧਾਰਨਾ ਸੀ ਕਿ ਉਹ ਬੜੇ ਯੋਗ ਵਿਅਕਤੀ ਸਨ ਪਰ ਅਨੁਭਵੀ ਨਹੀਂ ਸਨ। ਉਹਨਾਂ ਨੂੰ ਰਾਜਸੀ ਵਿਗਿਆਨ ਦੀ ਅੰਤਰੀਵ ਸੂਝ ਸੀ। ਉਹ ਇਹ ਇਤਿਹਾਸਕ ਸਚਾਈ ਜਾਣਦੇ ਸਨ ਕਿ ਜ਼ੁਲਮ ਤੇ ਬੇਇਨਸਾਫੀ ਦੀਆਂ ਨੀਹਾਂ ਤੇ ਟਿਕੀਆਂ ਸਲਤਨਤਾਂ ਸਦੀਵੀ ਨਹੀਂ ਹੁੰਦੀਆਂ, ਨਾ ਅਜਿੱਤ ਹੁੰਦੀਆਂ ਨੇ। ਹਮੇਸ਼ਾ ਹੀ ਇਤਿਹਾਸ ਅੰਦਰ ਕੁਝ ਅਜਿਹੇ ਮੌਕੇ ਬਣ ਜਾਂਦੇ ਹਨ ਜਦੋਂ ਬਹੁਤ ਮਜ਼ਬੂਤ ਤੇ ਅਜਿੱਤ ਹੋਣ ਦਾ ਭਰਮ ਪਾਲਣ ਵਾਲੇ ਜ਼ਾਲਮ ਰਾਜ ਥੋੜੀ ਸੱਟ ਮਾਰਿਆਂ ਹੀ ਢਹਿ ਢੇਰੀ ਹੋ ਜਾਂਦੇ ਹਨ। ਪਰ ਇਹ ਮੌਕੇ ਆਮ ਜਾਂ ਅਕਸਰ ਪੈਦਾ ਨਹੀਂ ਹੁੰਦੇ, ਇਹ ਕਦੇ ਕਦਾਈ ਪੈਦਾ ਹੁੰਦੇ ਹਨ ਅਤੇ ਇਹਨਾਂ ਦੇ ਪੈਦਾ ਹੋਣ ਦੇ ਕਾਰਨ ਸਮਕਾਲੀ ਹਾਲਤਾਂ ਅੰਦਰ ਹੀ ਪਏ ਹੁੰਦੇ ਹਨ। ਆਗੂਆਂ ਕੋਲ ਇਹਨਾਂ ਰਾਜਸੀ ਹਾਲਤਾਂ ਦੀ ਅਮਲ ਗਤੀ ਤੇ ਵਿਸ਼ੇਸ਼ਤਾ ਨੂੰ ਸਮਝਣ ਤੇ ਪਛਾਣਨ ਵਾਲੀ ਅੰਤਰ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਗਦਰ ਪਾਰਟੀ ਦੇ ਆਗੂਆਂ ਨੂੰ ਕੁਦਰਤ ਨੇ ਇਹ ਅੰਤਰ ਦ੍ਰਿਸ਼ਟੀ ਬਖਸ਼ੀ ਹੋਈ ਸੀ। ਕਾਰਲ ਮਾਰਕਸ ਨੇ ਆਪਣੇ ਬੌਧਿਕ ਸੰਗੀ ਫਰੈਡਰਿਕ ਏਂਗਲਜ਼ ਨੂੰ ਲਿਖੀ ਇੱਕ ਚਿੱਠੀ ਵਿੱਚ ਇਤਿਹਾਸ ਦੇ ਬਦਲਦੇ ਮਿਜ਼ਾਜ ਬਾਰੇ ਇਨਕਲਾਬੀ ਨਜ਼ਰੀਆ ਬਿਆਨ ਕਰਦਿਆਂ ਲਿਖਿਆ ਸੀ ਕਿ ਜਦੋਂ ਇਤਿਹਾਸ ਸੁਸਤ ਤੌਰ ਚੱਲ ਰਿਹਾ ਹੁੰਦਾ ਹੈ ਤਾਂ ਉਸ ਵੇਲੇ 20 ਸਾਲਾਂ ਦੀ ਅਹਿਮੀਅਤ ਇੱਕ ਦਿਨ ਤੋਂ ਵੱਧ ਨਹੀਂ ਹੁੰਦੀ, ਪਰ ਅਜਿਹੇ ਦਿਨ ਵੀ ਆਉਂਦੇ ਹਨ ਜਦੋਂ ਇਤਿਹਾਸ 20 ਸਾਲਾਂ ਦੇ ਕਾਰਜ ਦਿਨਾਂ ਵਿੱਚ ਨਿਪਟਾ ਦਿੰਦਾ ਹੈ। ਬਾਅਦ ਵਿੱਚ ਫਰੈਡਰਿਕ ਏਂਗਲਜ਼ ਨੇ ਆਪ ਵੀ 19 ਸਦੀ ਦੀ ਤੀਜੀ ਚੌਥਾਈ ਵਿੱਚ ਯੂਰਪ ਦੀ ਤਤਕਾਲੀ ਰਾਜਸੀ ਦਸ਼ਾ ਦਾ ਵਿਸ਼ਲੇਸ਼ਣ ਕਰਦਿਆਂ ਇਤਿਹਾਸ ਅੰਦਰ ਉਸ ਵੇਲੇ ਪੈਦਾ ਹੋਣ ਜਾ ਰਹੇ ਅਜਿਹੇ ਵਿਰਲੇ ਮੌਕੇ ਦੀ ਭਵਿੱਖਬਾਣੀ ਹੀ ਨਹੀਂ, ਨਾਲ ਹੀ ਉਹਨਾਂ ਦੇ ਲੱਛਣਾਂ ਦੀ ਨਿਸ਼ਾਨਦੇਹੀ ਵੀ ਕੀਤੀ ਸੀ। ਉਸ ਨੇ ਕਿਹਾ ਸੀ ਕਿ ਯੂਰਪ ਦਾ ਆਰਥਿਕ ਰਾਜਸੀ ਪ੍ਰਬੰਧ ਆਪਣੇ ਵਜੂਦ ਸਮੋਏ ਅੰਤਰ ਵਿਰੋਧਾਂ ਦੇ ਪ੍ਰਚੰਡ ਤੇ ਇੱਕ ਜਗ੍ਹਾ ਕੇਂਦਰਿਤ ਹੋ ਜਾਣ ਦੀ ਬਦੌਲਤ ਯੂਰਪ ਅੰਦਰ ਵੱਡੀ ਭਾਰੀ ਰਾਜਸੀ ਉਥਲ-ਪੁਥਲ ਹੋਣ ਦੇ ਆਸਾਰ ਬਣ ਗਏ ਸਨ। ਏਂਗਲਜ਼ ਦਾ ਕਹਿਣਾ ਸੀ ਕਿ ਇਸ ਰੌਲੇ ਗੌਲੇ ਦੌਰਾਨ ਦਰਜਨਾਂ ਹੀ ਤਾਜ ਸੜਕਾਂ ਉੱਤੇ ਰੁਲੇ ਫਿਰਨਗੇ ਤੇ ਉਹਨਾਂ ਨੂੰ ਚੁੱਕਣ ਵਾਲਾ ਕੋਈ ਨਹੀਂ ਹੋਣਾ। ਕੁਝ ਸਾਲਾਂ ਬਾਅਦ ਰੂਸ ਦੇ ਇਨਕਲਾਬੀ ਆਗੂ ਤੇ ਚਿੰਤਕ V.I. ਲੈਨਨ, ਜਿਹੜਾ ਕਿ ਗਦਰੀ ਆਗੂਆਂ ਦਾ ਸਮਕਾਲੀ ਸੀ, ਨੇ ਵੀ ਸੰਸਾਰ ਦੀ ਤਤਕਾਲੀ ਆਰਥਿਕ ਤੇ ਰਾਜਸੀ ਦਸ਼ਾ ਦਾ ਗੂੜ ਵਿਸ਼ਲੇਸ਼ਣ ਕਰਦਿਆਂ ਯੂਰਪ ਦੀਆਂ ਸਾਮਰਾਜੀ ਤਾਕਤਾਂ ਵਿਚਕਾਰ ਘਮਸਾਨੀ ਯੁੱਧ ਛਿੜ ਪੈਣ ਦੀ ਭਵਿੱਖਬਾਣੀ ਕੀਤੀ ਸੀ ਅਤੇ ਇਸ ਦੇ ਨਤੀਜੇ ਵਜੋਂ ਸਾਮਰਾਜੀ ਤਾਕਤਾਂ ਦੇ ਬੁਰੀ ਤਰ੍ਹਾਂ ਸਤਿਆਹੀਣ ਹੋ ਜਾਣ ਦਾ ਜਾਇਜ਼ਾ ਪੇਸ਼ ਕੀਤਾ ਸੀ। ਲੈਨਨ ਦਾ ਮਤ ਸੀ ਕਿ ਇਸ ਨਾਲ ਇਨਕਲਾਬੀ ਤਾਕਤਾਂ ਲਈ ਪੇਸ਼ਕਦਮੀ ਦੇ ਲਾਮਿਸਾਲ ਮੌਕੇ ਪੈਦਾ ਹੋ ਜਾਣਗੇ। ਲੈਨਨ ਨੇ ਆਪਣੀ ਪਾਰਟੀ ਨੂੰ ਇਸ ਮੌਕੇ ਦਾ ਜਥਾਯੋਗ ਲਾਹਾ ਲੈਣ ਲਈ ਤਿਆਰ ਹੋ ਜਾਣ ਦਾ ਸੱਦਾ ਦਿੱਤਾ ਸੀ। ਉਸ ਨੇ ਮਾਰਕਸ ਤੇ ਏਂਗਲਜ਼ ਦੇ ਹਵਾਲਿਆਂ ਨਾਲ ਇਹ ਮਤ ਦ੍ਰਿੜਾਇਆ ਸੀ ਕਿ ਅਜਿਹੇ ਮੌਕੇ ਇਤਿਹਾਸ ਦੀ ਗਤੀ ਸਾਧਾਰਨ ਨਹੀਂ ਰਹਿੰਦੀ। ਅਜਿਹੇ ਮੌਕੇ ਇਤਿਹਾਸ ਤੂਫਾਨੀ ਵੇਗ ਫੜ ਜਾਂਦਾ ਹੈ ਅਤੇ ਸਾਲਾਂ ਦਾ ਪੈਂਡਾ ਹਫ਼ਤਿਆਂ ਤੇ ਦਿਨਾਂ ਵਿੱਚ ਹੀ ਤੈਅ ਕਰ ਲੈਂਦਾ ਹੈ। ਇਨਕਲਾਬੀ ਸ਼ਕਤੀਆਂ ਨੂੰ ਵੀ ਇਸ ਸਾਜ਼ਗਾਰ ਹਾਲਤ ਦਾ ਢੁਕਵਾਂ ਲਾਭ ਉਠਾਉਣ ਲਈ ਸਾਲਾਂ ਦੇ ਕੰਮ ਹਫ਼ਤਿਆਂ ਵਿੱਚ ਜਾਂ ਕਈ ਵੇਰਾਂ ਦਿਨਾਂ ਵਿੱਚ ਹੀ ਨਿਪਟਾਉਣੇ ਪੈਂਦੇ ਹਨ।
ਅਜਿਹੇ ਸਮੇਂ ਉਹਨਾਂ ਨੂੰ ਦੂਣੇ ਚੌਣੇ ਜੋਸ਼ ਤੇ ਫੁਰਤੀ ਨਾਲ ਕੰਮ ਕਰਨੇ ਪੈਂਦੇ ਹਨ। ਅਜਿਹੇ ਸਮੇਂ ਦਿਖਾਈ ਗਈ ਮਾਮੂਲੀ ਜਿਹੀ ਸੁਸਤੀ ਜਾਂ ਢਿੱਲ ਮੱਠ ਸਫਲਤਾ ਦੀਆਂ ਸੰਭਾਵਨਾਵਾਂ ਨੂੰ ਭੰਗ ਦੇ ਪਹਾੜੇ ਗੁਆ ਦੇਣ ਦਾ ਕਾਰਨ ਬਣ ਜਾਂਦੀ ਹੈ। ਗਦਰੀ ਆਗੂਆਂ ਤੋਂ 10-15 ਕੁ ਸਾਲ ਪਛੜ ਕੇ ਜਦੋਂ ਯੂਰਪ ਅੰਦਰ ਕੁਝ ਸਾਲਾਂ ਦੇ ਵਕਫੇ ਬਾਅਦ ਸਾਮਰਾਜੀ ਤਾਕਤਾਂ ਵਿਚਕਾਰ ਵਿਰੋਧ ਫਿਰ ਪ੍ਰਚੰਡ ਹੋ ਗਏ ਸਨ ਅਤੇ ਇੱਕ ਵਾਰ ਫਿਰ ਸੰਸਾਰ ਜੰਗ ਭੜਕ ਪੈਣ ਦਾ ਖਤਰਾ ਸਿਰਾਂ ਉੱਤੇ ਮੰਡਰਾਉਣ ਲੱਗਾ ਸੀ, ਤਾਂ ਇਟਲੀ ਦੇ ਇੱਕ ਪ੍ਰਤਿਭਾਸ਼ੀਲ ਚਿੰਤਕ ਤੇ ਇਨਕਲਾਬੀ ਆਗੂ ਅੰਤੋਨੀਓ ਗਰਾਮਸਕੀ ਨੇ ਸਮਕਾਲੀ ਹਾਲਤ ਦਾ ਡੂੰਘਾ ਤੇ ਸਰਬ-ਪੱਖੀ ਵਿਸ਼ਲੇਸ਼ਣ ਕਰਦਿਆਂ ਇਤਿਹਾਸ ਦੇ ਇਸ ਵਿਸ਼ੇਸ਼ ਵਰਤਾਰੇ ਦੀ ਵਧੇਰੇ ਸਪਸ਼ਟ ਤੇ ਗੂੜ੍ਹ ਸਿਧਾਂਤਕ ਵਿਆਖਿਆ ਦਿੱਤੀ ਸੀ। ਉਸ ਨੇ ਇਸ ਨੂੰ ਇਤਿਹਾਸਕ ਮੌਕਾ ਮੇਲ ਦਾ ਨਾਮ ਦਿੱਤਾ ਸੀ। ਉਸ ਦਾ ਮਤ ਸੀ ਕਿ ਸਮਾਜ ਦੇ ਵੱਖ-ਵੱਖ ਖੇਤਰਾਂ ਅੰਦਰ ਹਮੇਸ਼ਾ ਹੀ ਵਿਰੋਧਤਾਈਆਂ ਤੇ ਸਮੱਸਿਆਵਾਂ ਤੇ ਟਕਰਾਅ ਮੌਜੂਦ ਹੁੰਦੇ ਹਨ। ਇਹ ਵਿਰੋਧਤਾਈਆਂ ਤੇ ਸਮੱਸਿਆਵਾਂ ਕਿਸੇ ਖਾਸ ਮੌਕੇ ਤੇ ਜਾ ਕੇ ਇੱਕ ਥਾਂ ਇਕੱਠੀਆਂ ਹੋ ਜਾਂਦੀਆਂ ਹਨ। ਇਹਨਾਂ ਦਾ ਸੰਘਣਾ ਗੁੱਛਾ ਬਣ ਜਾਂਦਾ ਹੈ। ਇਹ ਇੱਕ ਦੂਜੇ ਵਿੱਚ ਘੁਲ ਮਿਲ ਜਾਂਦੀਆਂ ਹਨ। ਵਿਚਾਰਧਾਰਕ ਆਰਥਿਕ ਸਮੱਸਿਆ ਦਾ ਅੰਗ ਬਣ ਜਾਂਦਾ ਹੈ ਤੇ ਇਸੇ ਤਰ੍ਹਾਂ ਆਰਥਿਕ ਵਿਚਾਰਧਾਰਕ ਸਮੱਸਿਆ ਦਾ ਭਾਗ ਹੋ ਨਿਬੜਦਾ ਹੈ। ਗਰਾਮਸਕੀ ਅਨੁਸਾਰ ਇਹ ਸਾਰੀਆਂ ਵਿਰੋਧਤਾਈਆਂ ਇੱਕ ਪਾਟੋ ਤਾੜ ਏਕਤਾ ਵਿੱਚ ਇਕੱਤਰ ਹੋ ਜਾਂਦੀਆਂ ਹਨ। ਇਹ ਮੌਕਾ ਮੇਲ ਦੀ ਸ਼ੁਰੂਆਤ ਹੁੰਦੀ ਹੈ। ਇਹ ਆਮ ਸਮੇਂ ਨਾਲੋਂ ਬਹੁਤ ਹੀ ਭਿੰਨ ਹੁੰਦਾ ਹੈ। ਆਮ ਸਮੇਂ ਅੰਦਰ ਸਾਰੀਆਂ ਵਿਰੋਧਤਾਈਆਂ ਤੇ ਸਮੱਸਿਆਵਾਂ ਦੇ ਬਾਵਜੂਦ ਮੁਕਾਬਲਤਨ ਸਥਿਰਤਾ ਬਣੀ ਰਹਿੰਦੀ ਹੈ। ਕਾਇਮ ਮੁਕਾਮ ਪ੍ਰਬੰਧ ਮੁਕਾਬਲਤਨ ਸਥਿਰ ਅਥਵਾ ਮਜ਼ਬੂਤ ਹੁੰਦੇ ਹਨ। ਉਸ ਵੇਲੇ ਉਹਨਾਂ ਨੂੰ ਗਿਰਾਉਣ ਦੇ ਯਤਨ ਸਫਲ ਹੋਣ ਦੀਆਂ ਸੰਭਾਵਨਾਵਾਂ ਮੱਧਮ ਹੁੰਦੀਆਂ ਹਨ, ਪਰ ਫਿਰ ਪ੍ਰਬੰਧ ਦੇ ਅੰਦਰ ਤਰੇੜਾਂ ਉੱਭਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਸਥਿਰਤਾ ਅਸਥਿਰਤਾ ਵਿੱਚ ਬਦਲ ਜਾਂਦੀ ਹੈ। ਆਰਥਿਕ ਤੇ ਸਮਾਜਿਕ ਤੇ ਰਾਜਨੀਤਿਕ ਤੇ ਵਿਚਾਰਧਾਰਕ ਤੇ ਸੱਭਿਆਚਾਰਕ ਸਾਰੇ ਤੱਤ ਆਪਸ ਵਿੱਚ ਰਲ ਘੁਲ ਜਾਂਦੇ ਹਨ। ਅਜਿਹੇ ਮੌਕੇ ਪਰਜਾ ਨੂੰ ਕਾਬੂ ਕਰਨ ਦੇ ਰਵਾਇਤੀ ਢੰਗ ਤੇ ਤੌਰ ਤਰੀਕੇ ਨਕਾਰਾ ਹੋ ਜਾਂਦੇ ਹਨ। ਸੰਘਰਸ਼ ਅਣਕਿਆਸੀਆਂ ਸ਼ਕਲਾਂ ਵਿੱਚ ਤੂਫਾਨੀ ਵੇਗ ਨਾਲ ਪ੍ਰਗਟ ਹੋਣ ਲੱਗਦੇ ਹਨ। ਹਾਕਮਾਂ ਵਾਸਤੇ ਤੇ ਨਾਲ ਹੀ ਸੰਘਰਸ਼ਸ਼ੀਲ ਤਾਕਤਾਂ ਲਈ ਵੀ ਬਹੁਤ ਕੁਝ ਨਵਾਂ ਸੋਚਣ ਤੇ ਕਰਨ ਦੀ ਲੋੜ ਖੜੀ ਹੋ ਜਾਂਦੀ ਹੈ। ਇਹ ਦੋਵਾਂ ਹੀ ਧਿਰਾਂ ਲਈ ਇਮਤਿਹਾਨ ਦੀ ਘੜੀ ਹੁੰਦੀ ਹੈ। ਗਦਰੀ ਆਗੂਆਂ ਨੇ ਸਮਕਾਲੀ ਰਾਜਸੀ ਹਾਲਤਾਂ ਨੂੰ ਇਸੇ ਨਜ਼ਰੀਏ ਤੋਂ ਵੇਖਿਆ ਤੇ ਅੰਗਿਆ ਸੀ। ਉਸ ਵੇਲੇ ਯੂਰਪ ਦੀਆਂ ਪ੍ਰਮੁੱਖ ਸਾਮਰਾਜੀ ਤਾਕਤਾਂ ਵਿਚਕਾਰ ਵਿਰੋਧ ਬੇਹੱਦ ਪ੍ਰਚੰਡ ਹੋ ਗਏ ਸਨ ਅਤੇ ਕਿਸੇ ਵੇਲੇ ਵੀ ਵੱਡੀ ਸੰਸਾਰ ਜੰਗ ਛਿੜ ਜਾਣ ਦਾ ਖਤਰਾ ਸਿਰਾਂ ਤੇ ਮੰਡਰਾਉਣ ਲੱਗ ਪਿਆ ਸੀ। ਗਦਰੀ ਆਗੂਆਂ ਨੇ ਸਮੁੱਚੇ ਹਾਲਤ ਉੱਤੇ ਤਿੱਖੀ ਬਾਜ਼ ਨਜ਼ਰ ਰੱਖੀ ਹੋਈ ਸੀ। 28 ਜੁਲਾਈ 1914 ਦੇ ਗਦਰ ਵਿੱਚ ਪਾਠਕਾਂ ਨੂੰ ਆਗਾਹ ਕੀਤਾ ਗਿਆ ਸੀ ਕਿ ਆਸਟਰੀਆ ਨੇ ਸਰਬੀਆ ਨੂੰ ਅਲਟੀਮੇਟਮ ਦੇ ਦਿੱਤਾ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਹਾਲਤ ਤੇਜ਼ੀ ਨਾਲ ਬਦਲਦੀ ਹੋਈ ਯੂਰਪ ਵਿੱਚ ਵੱਡੀ ਜੰਗ ਵਿੱਚ ਤਬਦੀਲ ਹੋ ਜਾਵੇਗੀ। ਗਦਰੀ ਆਗੂਆਂ ਦਾ ਵਿਚਾਰ ਸੀ ਕਿ ਜਰਮਨੀ ਤੇ ਬਰਤਾਨੀਆ ਵਿਚਕਾਰ ਜੰਗ ਅਟੱਲ ਹੈ ਅਤੇ ਜਦੋਂ ਬਰਤਾਨੀਆ ਇਸ ਜੰਗ ਵਿੱਚ ਉਲਝ ਜਾਵੇਗਾ ਤਾਂ ਭਾਰਤ ਅੰਦਰ ਉਸ ਦੀ ਹਾਲਤ ਬੇਹੱਦ ਕਮਜ਼ੋਰ ਹੋ ਜਾਵੇਗੀ। ਉਸ ਦਾ ਸਾਰਾ ਧਿਆਨ ਤੇ ਜ਼ੋਰ ਜੰਗ ਵੱਲ ਲੱਗ ਜਾਵੇਗਾ ਅਤੇ ਉਸ ਨੂੰ ਭਾਰਤ ਵਿੱਚੋਂ ਆਪਣੀ ਫੌਜ ਦਾ ਵੱਡਾ ਭਾਰੀ ਹਿੱਸਾ ਯੂਰਪ ਦੇ ਮੋਰਚਿਆਂ ਤੇ ਤਾਇਨਾਤ ਕਰਨ ਦੀ ਲੋੜ ਤੇ ਮਜਬੂਰੀ ਬਣ ਜਾਵੇਗੀ। ਭਾਰਤ ਅੰਦਰ ਬਰਤਾਨਵੀ ਹਕੂਮਤ ਉੱਤੇ ਹਮਲਾ ਕਰਨ ਦਾ ਇਹ ਸੁਨਹਿਰੀ ਮੌਕਾ ਹੋਵੇਗਾ। ਜੇਕਰ ਇਸ ਸਾਜ਼ਗਾਰ ਮੌਕੇ ਲਈ ਭਾਰਤੀ ਫੌਜਾਂ ਨੂੰ ਬਗਾਵਤ ਵਾਸਤੇ ਤਿਆਰ ਕਰ ਲਿਆ ਜਾਵੇ ਅਤੇ ਨਾਲ ਹੀ ਦੇਸ਼ ਦੀ ਜਨਤਾ ਨੂੰ ਬਗਾਵਤ ਲਈ ਉਭਾਰਿਆ ਜਾਵੇ ਤਾਂ ਬਰਤਾਨਵੀ ਰਾਜ ਦਾ ਤਖਤਾ ਪਲਟਣਾ ਅਸੰਭਵ ਨਹੀਂ ਹੋਵੇਗਾ। ਇਸ ਯੁੱਧ ਨੀਤਕ ਸਮਝ ਨੂੰ ਆਧਾਰ ਬਣਾ ਕੇ ਉਹਨਾਂ ਨੇ ਵਿਆਪਕ ਕਾਰਜ ਯੋਜਨਾ ਉਲੀਕੀ ਸੀ ਅਤੇ ਇਸ ਦਿਸ਼ਾ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਤਿਆਰੀਆਂ ਆਰੰਭ ਦਿੱਤੀਆਂ ਸਨ। ਉਸ ਵਕਤ ਗਦਰ ਪਾਰਟੀ ਦੇ ਆਗੂਆਂ ਦਾ ਅੰਦਾਜ਼ਾ ਸੀ ਕਿ ਜਰਮਨੀ ਤੇ ਬਰਤਾਨੀਆ ਵਿਚਕਾਰ ਜੰਗ 5-6 ਸਾਲਾਂ ਬਾਅਦ ਜਾ ਕੇ ਛਿੜੇਗੀ। ਉਸ ਘੜੀ ਲਈ ਤਿਆਰ ਹੋਣ ਵਾਸਤੇ ਪਾਰਟੀ ਨੇ ਚੌਤਰਫੀਆਂ ਤਿਆਰੀਆਂ ਕਰਨ ਦਾ ਮਨਸੂਬਾ ਬਣਾਇਆ ਸੀ। ਇਹਨਾਂ ਤਿਆਰੀਆਂ ਦੇ 3 ਅੰਗ ਸਨ। ਇੱਕ, ਪਾਰਟੀ ਨੂੰ ਜਥੇਬੰਦਕ ਤੌਰ ਤੇ ਤਕੜਾ ਕਰਨਾ। ਦੂਜਾ, ਜਨਤਾ ਵਿੱਚ ਪਾਰਟੀ ਦੇ ਪ੍ਰੋਗਰਾਮ, ਨੀਤੀਆਂ
ਤੇ ਯੋਜਨਾਵਾਂ ਦਾ ਵਿਆਪਕ ਪ੍ਰਚਾਰ ਕਰਨਾ ਤੇ ਤੀਜਾ ਲੜਾਈ ਵਿੱਚ ਕੰਮ ਆਉਣ ਵਾਲੇ ਹਥਿਆਰ ਜਮ੍ਹਾਂ ਕਰਨ ਤੇ ਉਹਨਾਂ ਨੂੰ ਚਲਾਉਣ ਦੀ ਜਾਂਚ ਸਿੱਖਣ ਦੇ ਇੰਤਜ਼ਾਮ ਕਰਨੇ। ਇਸੇ ਰੌਸ਼ਨੀ ਵਿੱਚ ਅਪ੍ਰੈਲ 1913 ਵਿੱਚ ਅਸਟੋਰੀਆ ਵਿਖੇ ਹੋਈ ਮੀਟਿੰਗ ਵਿੱਚ ਪ੍ਰਚਾਰ ਦਾ ਕੰਮ ਸ਼ੁਰੂ ਕਰਨ ਲਈ ਸਾਨ ਫਰਾਂਸਿਸਕੋ ਵਿਖੇ ਆਪਣਾ ਛਾਪਾਖਾਨਾ ਗਦਰ ਪ੍ਰੈਸ ਸਥਾਪਿਤ ਕਰਨ ਤੇ ਫੌਰੀ ਤੌਰ ਤੇ ਅਖਬਾਰ ਚਾਲੂ ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਗਿਆ ਸੀ। ਬਾਬਾ ਸੋਹਣ ਸਿੰਘ ਭਕਨਾ ਮੁਤਾਬਕ ਅਖਬਾਰ ਜਾਰੀ ਕਰਨ ਲਈ ਕੋਈ $3,000 ਮੌਕੇ ਤੇ ਹੀ ਇਕੱਠਾ ਹੋ ਗਿਆ ਸੀ ਤੇ ਮਾਸਕ ਚੰਦੇ ਦੇਣ ਦਾ ਵੀ ਸਾਰੇ ਮੈਂਬਰਾਂ ਨੇ ਇਕਰਾਰ ਕੀਤਾ। ਫੰਡ ਦਾ ਰੁਪਇਆ ਪ੍ਰਬੰਧਕ ਕਮੇਟੀ ਦੇ ਖਜ਼ਾਨੇ ਵਿੱਚ ਜਮ੍ਹਾਂ ਕੀਤਾ ਗਿਆ। ਕਿਤਾਬ ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।